ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਜੀ ਦੀ ਵਾਰ। ਸ਼ਲੋਕ ਮਹਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਇਕ ਰਥ ਵਾਹੁ, ਜਗ ਜਗ ਫੇਰ ਵਟਾਈਐ, ਗਿਆਨੀ ਬਚਦਾ ਹੈ। सतजुग रथ संतोख का, धर्म अगेरथ वाहो, त्रेता रथ जते का, जोर अगेरथ वाहो। द्वापर रथ तपे का, सत्य अगेरथ वाहो, कलयुग रथ अगन का, कूड़ अगेरथ वाहो। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਇਸ ਸ਼ਲੋਕ ਵਿੱਚ ਸਮਝਾ ਰਹੇ ਹਨ ਕਿ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਜੋ ਕਿ ਇਹ ਸਰੀਰ ਹੈ, ਇਹ ਬਹੁਤ ਕੀਮਤੀ, ਇਸ ਦੇ ਵਿੱਚ ਹੀਰੇ ਜਵਾਹਰਾਤ ਹਨ। ਤੇ ਉਹ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਕਿਸ ਤਰ੍ਹਾਂ ਹਨ, ਜੋ ਕਿ ਰਥ ਆਤਮਾ ਰੂਪੀ ਰਥ ਹੈ ਅਤੇ ਰਥਵਾਓ ਹੈ ਉਹ ਅਕਾਲ ਪੁਰਖ ਜੀ। ਸੋ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ। ਮੱਤ ਕੀ ਹੈ? ਜੋ ਕਿ ਸਾਡੀ ਆਤਮਾ ਹੈ ਤੇ ਗੁਰੂ ਸਾਹਿਬ ਜੀ ਅਤੇ ਅਕਾਲ ਪੁਰਖ ਜੀ ਹਨ, ਉਹ ਸਭ ਇੱਕ ਹੀ ਹੈ। ਪਰ ਉਸ ਦਾ ਪਤਾ ਸਾਨੂੰ ਤਾਂ ਲੱਗਦਾ ਹੈ ਕਿ ਜੇ ਗੁਰੂ ਸਾਹਿਬ ਜੀ ਦਇਆ ਤਰਸ ਕਰਕੇ ਸਾਨੂੰ ਉਸ ਗੁਰੂ ਸਾਹਿਬ ਜੀ ਦੀ ਸਿੱਖਿਆ, ਗੁਰੂ ਸਾਹਿਬ ਜੀ ਦਾ ਹੁਕਮ ਸੁਣਾਉਂਦੇ ਹਨ ਤੇ ਇਹ ਹੁਕਮ ਅਸੀਂ ਇਸ ਪੰਜ ਭੌਤਿਕ ਸਰੀਰ ਰੂਪੀ ਜੋ ਕਿ ਰਥ ਹੈ, ਇਸ ਦੇ ਵਿੱਚ ਆਤਮਾ ਦਾ ਨਿਵਾਸ ਹੈ। ਆਤਮਾ ਇਸ ਰਥ ਵਿੱਚ ਬੈਠੀ ਹੈ ਅਤੇ ਗੁਰੂ ਸਾਹਿਬ ਜੀ ਅਤੇ ਅਕਾਲ ਪੁਰਖ ਜੀ ਇਸ ਰਥ ਨੂੰ ਚਲਾ ਰਹੇ ਹਨ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੁਗ ਜੁਗ ਫੇਰ ਵਟਾਈਐ, ਗਿਆਨੀ ਬੁਝਦਾ ਹੈ। ਫਿਰ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਪਹਿਲਾਂ ਤਾਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਯੁੱਗ ਕੀ ਹਨ, ਇਹ ਯੁੱਗ ਕਿਸ ਤਰ੍ਹਾਂ ਬਣੇ। ਤਾਂ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਕਿ ਜਦੋਂ ਅਸੀਂ ਪਰਮਾਤਮਾ ਦੇ ਵਿੱਚ ਸਮਾਏ ਹੁੰਦੇ ਹਾਂ ਤਾਂ ਅਸੀਂ ਇੱਕ ਹੁੰਦੇ ਹਾਂ, ਪਰ ਜਦੋਂ ਸਾਡਾ ਜਨਮ ਹੁੰਦਾ ਹੈ ਤਾਂ ਅਸੀਂ ਉਹ ਅਖੰਡ ਜੋ ਕਿ ਸ਼ਕਤੀ ਹੈ, ਉਸ ਏਕਤਾ ਦੀ ਇੱਕ ਰੂਪ ਹੈ, ਜੋ ਉਹ ਅਨੇਕਾਂ ਰੂਪਾਂ ਵਿੱਚ ਕਹਿ ਲਓ ਜਾਂ ਖੰਡ ਖੰਡ ਹੋ ਜਾਂਦਾ ਹੈ। ਉਹ ਜੋ ਸਾਡਾ ਧਿਆਨ ਹੈ ਉਹ ਬਾਹਰ ਮੁਖੀ ਹੋ ਜਾਂਦਾ ਹੈ ਤੇ ਉਸ ਦੇ ਨਾਲ ਗੁਰੂ ਸਾਹਿਬ ਜੀ ਨੇ ਇਸ ਸੁਰਤੀ ਦੀ, ਇਸ ਅਖੰਡਤਾ ਨੂੰ, ਇਸ ਧਿਆਨ ਦੇ ਇਸ
ਮੰਨ ਲਓ ਕਿ 3 ਗੁਰੂ ਸਾਹਿਬ ਜੀ ਨੇ ਇਹਨਾਂ ਨੂੰ 3 ਹਿੱਸਿਆਂ ਵਿੱਚ ਵੰਡਿਆ ਹੈ ਤੇ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਇਹ ਜੋ ਕਿ ਕਿਉਂਕਿ ਇਹ ਏਕਤਾ ਨਾਲੋਂ ਵੱਖ ਹੋ ਗਏ, ਇਸ ਕਰਕੇ ਇਹਨਾਂ ਵਿੱਚ ਬਦਲਾਵ ਹੈ, ਕਿਉਂਕਿ ਜੋ ਸੱਚ ਹੈ ਉਸ ਦੇ ਵਿੱਚ ਕੋਈ ਬਦਲਾਵ ਨਹੀਂ ਹੈ ਤੇ ਇਸ ਬਦਲਾਵ ਦਾ ਫਿਰ ਪਤਾ ਕਿਸ ਨੂੰ ਪਤਾ ਲੱਗਦਾ ਹੈ ਤੇ ਕਿਸ ਤਰ੍ਹਾਂ ਪਤਾ ਲੱਗਦਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਉਸ ਜੀਵ ਆਤਮਾ ਨੂੰ ਹੀ ਪਤਾ ਚੱਲਦਾ ਹੈ ਜੋ ਕਿ ਅੰਤਰਮੁਖੀ ਹੋ ਕੇ ਜਿਸ ਨੂੰ ਗੁਰੂ ਸਾਹਿਬ ਜੀ ਤਰਸ ਕਰਦੇ ਹਨ ਤੇ ਉਸ ਨੂੰ ਦਿਖਾਉਂਦੇ ਹਨ ਕਿ ਅਸੀਂ ਕਿਸ ਤਰ੍ਹਾਂ ਉਸ ਆਪਣੇ ਮੂਲ ਰੂਪ ਉਸ ਅਕਾਲ ਪੁਰਖ ਜੀ ਨਾਲੋਂ ਵਿਛੜ ਗਏ ਹਨ। ਤੇ ਫਿਰ ਗੁਰੂ ਸਾਹਿਬ ਜੀ ਨੇ ਇਹ ਵੀ ਦੱਸਿਆ ਕਿ ਜੋ ਇਹ ਸਾਡੀ ਸੁਰਤੀ ਦਾ ਖੰਡਾਓ ਹੈ, ਜੋ ਕਿ ਉਹ 3 ਭਾਗਾਂ ਵਿੱਚ ਵੰਡਿਆ ਹੈ, ਜਿਸ ਨੂੰ ਕਿ ਮਾਇਆ ਕਿਹਾ ਜਾਂਦਾ ਹੈ। ਤੇ ਫਿਰ ਗੁਰੂ ਸਾਹਿਬ ਜੀ ਨੇ ਧਿਆਨ ਉਹ ਜਪਜੀ ਸਾਹਿਬ ਜੀ ਦੀ ਪੌੜੀ ਜਿਸ ਵਿੱਚ ਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ ਵੱਲ ਦਿਵਾਇਆ, ਜੋ ਕਿ ਮਾਇਆ ਵੀ ਉਸ ਅਕਾਲ ਪੁਰਖ ਦੀ ਖੇਡ ਹੀ ਹੈ, ਉਸ ਦਾ ਹੀ ਰੂਪ ਹੈ। 3 ਸ਼ਕਤੀਆਂ ਹਨ ਜਿਸ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਕਿਹਾ ਜਾਂਦਾ ਹੈ। ਤਾਂ ਫਿਰ ਜਿਵੇਂ ਗੁਰੂ ਸਾਹਿਬ ਜੀ ਨੇ ਇਹਨਾਂ ਯੁੱਗਾਂ ਨੂੰ ਤਰਤੀਬ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਦਿੱਤੀ ਹੈ ਤੇ ਫਿਰ ਆਪਾਂ ਆਪਣੀ ਯਾਤਰਾ ਉੱਥੋਂ ਸ਼ੁਰੂ ਕਰਾਂਗੇ ਜਿੱਥੇ ਆਪਾਂ ਖਲੋਤੇ ਹਾਂ, ਮੰਨੋ ਕਿ ਕਲਯੁਗ ਤੋਂ, ਤੇ ਫਿਰ ਸਾਨੂੰ ਥੱਲਿਓਂ ਉੱਪਰ ਨੂੰ ਯਾਤਰਾ ਆਪਾਂ ਸ਼ੁਰੂ ਕਰਨੀ ਹੈ, ਜੋ ਕਿ ਸੁਰਤੀ ਦੀ ਯਾਤਰਾ ਹੈ ਤੇ ਉਸ ਅਕਾਲ ਪੁਰਖ ਦੇ ਮਿਲਾਪ ਵੱਲ ਨੂੰ ਹੈ। ਤੇ ਫਿਰ ਆਪਾਂ ਇਸ ਦੀਆਂ ਸੰਪੂਰਨਤਾ ਵਾਲੀ ਪੰਕਤੀ ਨੂੰ ਪੜ੍ਹਦੇ ਹਾਂ ਕਿ ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਹੋ। ਫਿਰ ਕਲਯੁਗ ਕੀ ਹੈ? ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਜਦੋਂ ਸਾਡੀ ਸੁਰਤੀ ਬਿਲਕੁਲ ਮਨ ਨੂੰ ਇਹ ਰਥ ਸੌਂਪ ਦਿੰਦੀ ਹੈ ਕਿ ਮਨ ਉਸ ਨੂੰ ਚਲਾ ਰਿਹਾ ਹੈ, ਅਸੀਂ ਬਿਲਕੁਲ ਆਪਣੇ ਆਪੇ ਤੋਂ ਅਣਜਾਣ ਹਾਂ, ਤਾਂ ਕੂੜ ਜੋ ਕਿ ਝੂਠ ਮਿਥਿਆ ਹੈ, ਜੋ ਕਿ ਮੈਂ ਦੀ ਯਾਤਰਾ ਮੈਂ ਹੈ, ਉਹ ਇਸ ਰਥ ਨੂੰ ਚਲਾ ਰਿਹਾ ਹੈ। ਤਾਂ ਫਿਰ ਅਸੀਂ ਸਭ ਵਿਸ਼ੇ ਵਿਕਾਰਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋ ਕਿ ਮਹੇਸ਼ ਵਿਨਾਸ਼ ਦੀ ਸ਼ਕਤੀ ਹੈ, ਇਸ ਵਿੱਚ ਵਿਚਰ ਰਹੇ ਹੁੰਦੇ ਹਾਂ। ਤੇ ਇਸ ਦਾ ਪਤਾ ਵੀ ਸਾਨੂੰ ਗੁਰੂ ਸਾਹਿਬ ਜੀ ਦੀ ਦਇਆ, ਕਿਰਪਾ, ਤਰਸ ਦੇ ਸਦਕਾ ਹੀ ਲੱਗਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਸਾਨੂੰ ਦੇ ਦਰਸ਼ਨ ਕਰਵਾਉਂਦੇ ਹਨ ਕਿ ਅਸੀਂ ਦੇਖਦੇ ਹਾਂ ਕਿ ਸਾਨੂੰ ਕ੍ਰੋਧ ਆਉਂਦਾ ਹੈ, ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਜੋ ਵੀ ਵਿਸ਼ੇ ਵਿਕਾਰਾਂ ਦੇ ਸਾਨੂੰ ਜਦੋਂ ਗੁਰੂ ਸਾਹਿਬ ਜੀ ਦਰਸ਼ਨ ਕਰਾਉਂਦੇ ਹਨ ਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਇਹ ਸਾਡਾ ਅਸਲ ਰੂਪ ਨਹੀਂ ਹੈ। ਤਾਂ ਫਿਰ ਸਾਡੀ ਯਾਤਰਾ ਥੋੜੀ ਅੱਗੇ ਵੱਧਦੀ ਹੈ ਤੇ ਉਸ ਵਿੱਚ ਆਉਂਦਾ ਹੈ ਤ੍ਰੇਤਾ। ਤ੍ਰੇਤ ਰਥ
त्रेता रथ जतेगा जोर अगे रथ वाहੋ। ਤੇ ਇਸ ਦੇ ਵਿੱਚ ਵਿਸ਼ਨੂੰ ਮੰਨ ਲਓ ਕਿ ਵਿਸ਼ਨੂੰ ਜੋ ਕਿ ਜੀਵਾਂ ਦੀ ਸੰਭਾਲਣਾ ਦੀ ਸ਼ਕਤੀ ਕੰਮ ਕਰਦੀ ਹੈ। ਫਿਰ ਜੀਵ ਨੂੰ ਪਤਾ ਲੱਗਦਾ ਹੈ ਕਿ ਮੈਂ ਉਸ ਅਕਾਲ ਪੁਰਖ ਨਾਲੋਂ ਵਿਛੜਿਆ ਹੈ ਤਾਂ ਉਹ ਆਪਣੇ ਨੂੰ ਮੰਨੋ ਕਿ ਆਪੇ ਨੂੰ ਸਵਾਰਨ ਵਿੱਚ ਲੱਗ ਜਾਂਦਾ ਹੈ ਕਿ ਪਰ ਫਿਰ ਵੀ ਹਾਲੇ ਵੀ ਉਸਦੀ ਜੋ ਕਿ ਸੁਰਤੀ ਹੈ ਉਹ ਜੋ ਕਿ ਉਸਦੀ ਸੋਚ ਜਾਂ ਮਨ ਹੈ ਉਹ ਸਰੀਰ ਨੂੰ ਹੀ ਮਹਾਨਤਾ ਦਿੰਦਾ ਹੈ ਅਤੇ ਸਰੀਰ ਦੇ ਵਿੱਚ ਵੀ ਕਿੰਨੇ ਤਰੀਕਿਆਂ ਨਾਲ ਜਪ ਤਪ ਜੋਰ ਜਾਣੀ ਕਿ ਮੰਨ ਲਓ ਕਿ ਜੇ ਪਾਠ ਸਿਮਰਨ ਅਭਿਆਸ ਵੀ ਕਰਦਾ ਹੈ ਤਾਂ ਉਹ ਆਪਣੇ ਕਰਤੇ ਭਾਵ ਵਿੱਚ ਕਰਦਾ ਹੈ ਤੇ ਫਿਰ ਇਸ ਦਾ ਪਤਾ ਵੀ ਸਾਨੂੰ ਗੁਰੂ ਸਾਹਿਬ ਜੀ ਦੀ ਦਇਆ ਕਿਰਪਾ ਤਰਸ ਸਦਕਾ ਹੀ ਲੱਗਦਾ ਹੈ। ਤੇ ਫਿਰ ਇਸ ਤੋਂ ਅੱਗੇ ਯਾਤਰਾ ਜਦੋਂ ਤੀਸਰੇ ਪੜਾਅ ਤੇ ਪਹੁੰਚਦੀ ਹੈ ਤਾਂ ਉਹ ਹੈ ਦੁਆਪਰ ਜੋ ਕਿ ਬ੍ਰਹਮਾ ਹੈ। द्वापर रथ तपेगा सत के रथ वाहो। सो सत की है कि जदों ਉਹ ਜੀਵ ਪ੍ਰਾਣੀ ਨੂੰ ਕਾਫੀ ਸਮਝ ਗੁਰੂ ਸਾਹਿਬ ਜੀ ਦਿੰਦੇ ਹਨ ਤੇ ਉਹ ਆਪਣੇ ਜੀਵਨ ਨੂੰ ਇੱਕ ਮਰਿਆਦਾ ਵਿੱਚ ਜਾਂ ਕਿ ਗੁਰੂ ਸਾਹਿਬ ਜੀ ਉਸਦੇ ਜੀਵਨ ਨੂੰ ਮਰਿਆਦਾ ਵਿੱਚ ਲੈ ਕੇ ਆਉਂਦੇ ਹਨ ਜਦੋਂ ਕਿ ਉਸਦਾ ਉਦਮ ਉਸਦਾ ਗੁਰੂ ਸਾਹਿਬ ਜੀ ਦੇ ਮਿਲਾਪ ਪ੍ਰਤੀ ਉਹ ਝੁਕਾਅ ਉਸ ਜੀਵਨ ਦੀ ਜ਼ਿੰਦਗੀ ਨੂੰ ਮਰਿਆਦਾ ਵਿੱਚ ਲੈ ਕੇ ਆਉਂਦਾ ਹੈ ਤੇ ਉਹ ਸੁਤੇ ਸਿੱਧ ਹੀ ਇਹ ਸਭ ਜੋ ਕਿ ਅਗਨੀ ਦੀ ਖੇਡ ਅਤੇ ਆਪਣੇ ਸਰੀਰ ਨੂੰ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕਿ ਇਹ ਸਰੀਰ ਹੈ ਤੇ ਮਨ ਦੀ ਖੇਡ ਹੈ ਇਹ ਮੇਰਾ ਅਸਲ ਰੂਪ ਨਹੀਂ ਹੈ ਕਿਉਂਕਿ ਸਰੀਰ ਹੈ ਜੋ ਨਾਸਵਾਨ ਹੈ ਜੋ ਕਿ ਖਤਮ ਹੋ ਜਾਣਾ ਹੈ ਤੇ ਸੱਚ ਸਦੀਵੀ ਹੈ ਤੇ ਇਸ ਵਿੱਚ ਫਿਰ ਉਹ ਜੀਵ ਨੂੰ ਫਿਰ ਮੰਨ ਲਓ ਕਿ ਜੋ ਉਸਨੂੰ ਪਤਾ ਚੱਲਦਾ ਹੈ ਕਿ ਜੋ ਕਿ ਜਿਸ ਟਾਈਮ ਉਹ ਕਲਯੁਗ ਵਿੱਚ ਸੀ ਜਾਂ ਜਿਸ ਟਾਈਮ ਉਹ ਕਲਯੁਗ ਵਿੱਚ ਜਾਂਦਾ ਹੈ ਤਾਂ ਉਹ ਯਾਤਰਾ ਕਿੰਨੀ ਦੁਖਦਾਈ ਹੈ ਤਾਂ ਫਿਰ ਉਸਨੂੰ ਤਰਸ ਆਉਂਦਾ ਹੈ ਮੰਨ ਲਓ ਕਿ ਦੂਸਰੇ ਜੀਵਾਂ ਤੇ ਤਾਂ ਫਿਰ ਉਹ ਜੋ ਉਸਨੇ ਕਮਾਇਆ ਗੁਰੂ ਸਾਹਿਬ ਜੀ ਨੇ ਉਸਨੂੰ ਪ੍ਰਸਾਦ ਦੇ ਰੂਪ ਵਿੱਚ ਦਿੱਤਾ ਹੈ ਤਾਂ ਉਸਨੂੰ ਜੀਵ ਵੰਡਦਾ ਹੈ ਜਾਂ ਗੁਰੂ ਸਾਹਿਬ ਜੀ ਹੀ ਉਸਦੇ ਵਿੱਚੋਂ ਇਸ ਨੂੰ ਪ੍ਰਸਾਦ ਨੂੰ ਸਭਨਾਂ ਦੇ ਵਿੱਚ ਵੰਡਦੇ ਹਨ ਤੇ ਫਿਰ ਇਸ ਤੋਂ ਅੱਗੇ ਬ੍ਰਹਮਾ ਜੋ ਕਿ ਜਨਮ ਦੀ ਸ਼ਕਤੀ ਹੈ ਉਸਦੇ ਵਿੱਚ ਸਤਿਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਹੋ। ਫਿਰ ਧਰਮ ਕੀ ਹੈ ਸੋ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਧਰਮ ਹੈ ਉਸ ਅਕਾਲ ਪੁਰਖ ਜੀ ਦਾ ਹੁਕਮ ਜੋ ਕਿ ਹਮੇਸ਼ਾ ਇੱਕ ਰਸ ਚੱਲ ਰਿਹਾ ਹੈ ਤੇ ਫਿਰ ਜੋ ਜੀਵ
ਸਤਿਯੁਗ ਜਾਨੀ ਕਿ ਜਿਸ ਦੀ ਸੁਰਤੀ ਹੁਣ ਉਸ ਅਕਾਲ ਪੁਰਖ ਵਿੱਚ ਇੱਕ ਮਿਕ ਹੋ ਗਈ ਹੈ। ਉਹ ਅਕਾਲ ਪੁਰਖ ਜੀ ਦਾ ਹੀ ਰੂਪ, ਉਹ ਗੁਰੂ ਰੂਪ ਹੀ ਬਣ ਚੁੱਕਾ ਹੈ। ਤਾਂ ਜਦੋਂ ਉਹ ਜੀਵ ਕੁਛ ਵੀ ਬੋਲਦਾ ਹੈ, ਕੁਛ ਵੀ ਕਰਦਾ ਹੈ, ਤਾਂ ਉਹ ਗੁਰੂ ਸਾਹਿਬ ਜੀ ਜਾਂ ਅਕਾਲ ਪੁਰਖ ਜੀ ਹੀ ਉਸ ਵਿੱਚੋਂ ਸਭ ਕੁਛ ਕਰਵਾ ਰਹੇ ਹੁੰਦੇ ਹਨ ਜਾਂ ਕਰ ਰਹੇ ਹੁੰਦੇ ਹਨ। ਤੇ ਇਸ ਦੇ ਵਿੱਚ ਜੋ ਕਿ ਸੰਤੋਖ ਹੈ, ਕਿਉਂਕਿ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਹ ਮਨ ਨਹੀਂ ਹਾਂ ਤੇ ਮੈਂ ਆਤਮਾ ਹਾਂ। ਆਤਮਾ ਜੋ ਕਿ ਹੈ ਉਹ ਪਰਮਾਤਮਾ ਹੀ ਹੈ ਤੇ ਜੋ ਕਿ ਸੰਪੂਰਨ ਹੈ, ਆਪਣੇ ਆਪ ਵਿੱਚ ਸੰਪੂਰਨ ਹੈ ਤੇ ਉਸਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤੇ ਉਸ ਦੇ ਵਿੱਚ ਇਹ ਸੰਤੋਖ ਰੂਪੀ ਫਿਰ ਧਰਮ ਜਿਸ ਨੂੰ ਚਲਾਉਂਦਾ ਹੈ, ਉਸ ਵਿੱਚ ਸੰਤੋਖ, ਉਸ ਰਥ ਦੇ ਵਿੱਚ ਸੰਤੋਖ ਸਵਾਰੀ ਕਰਦਾ ਹੈ ਤੇ ਧਰਮ ਉਸ ਰਥ ਨੂੰ ਉਸਦੀ ਅਗਵਾਈ ਕਰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਬਦ ਦੀ ਵਿਚਾਰ ਕਰਦਿਆਂ ਬਹੁਤ ਹੀ ਗਲਤੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ। ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਪਿਆਰੀ ਸੰਗਤ, ਮਾਫ ਕਰਨਾ, ਗੁਰੂ ਸਾਹਿਬ ਜੀ ਦਾ ਕੋਟਾਨ ਕੋਟਾਨ ਰੋਮ ਰੋਮ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।